सतनाम श्री वाहिगुरु साहिब जी। तजो सियाणप सुरजन हो, सिमरो हर हर राए। एक आस हर मन रखो, नानक दुख परम पौ जाए। धन वाहिगुरु साहिब जी। गुजरी श्री त्रिलोचन जियो के पदे घर पहला। एक ओंकार सतगुर प्रसाद। अंतर मल निर्मल नहीं कीना, बाहर पेखे उदासी। हृदय कमल कट ब्रह्म न चीना, काहे भया सन्यासी। पर में पुली रे जय चंदा, नहीं नहीं चिन्या परमानंदा। रहाओ कर कर खाया पिंड बधाया, खिंथा मुंदा माया। भूम मसान की भस्म लगाई, गुर बिन तत् न पाया। काए जपोरे काए तपोरे, काहे बिलोवो पानी। लख 84 जिन्ने उपाई, सो सिमरहो निर्वाणी। काय कमंडल कापड़ियारे, 68 काय फिराही। बदत त्रिलोचन सुन रे प्राणी, कण बिन गाहो के पाही। बदत त्रिलोचन सुन रे प्राणी, कण बिन गाहो के पाही। वाहिगुरु जी का खालसा, वाहिगुरु जी की फतेह। अति सत्कारयोग सतसंगी प्यारिओ, जितने भी सत्कारयोग वीर भैणा, बजुर्ग मातावां मीडिया दे राही वेख रहे हो, आओ रल मिल करके सत्कारयोग भगत त्रिलोचन जी की रचना तो उच्चारण किया होया शब्द, जिसका मूल पाठ मैं आप समूह संगतां नूं सरवण करवाया है। आओ साध संगत इस शब्द की विचार के नाल जुड़न का यतन करिए। जितने भी ਸਰੋਤੇ जुड़े हो, आओ विचारों की प्रारंभता तो पहला गुरु बख्शी फतेह प्रवान करो। कोई रसना वांझी ना रहे, बुलंद आवाज़ अंदर आखियो जी वाहिगुरु जी का खालसा, वाहिगुरु जी की फतेह। शब्द सत्कारयोग भगत त्रिलोचन जी का है। धन सतगुरु श्री गुरु ग्रंथ साहब पिता जी के पावन अंग 525 के उपर अते गुजरी राग के अंदर सुशोभित है। आओ सतसंगी प्यारिओ, गुरमत की विचार शब्द की रोशनी दे विच करन दा यतन करिए, समझण दा यतन करिए, विचारन दा यतन करिए, अपने जीवन नूं सोहणिया बनाउण दी कोशिश कर सकीए। हर शब्द का जिहड़ा सार हुंदा है वो रहाव वाले बंद के अंदर होया करदा है। विद्वान सज्जन जदों भी शब्द की विचार करते हैं तो वो रहाव वाले बंद नूं आधार बना के शब्द की विचार करते हैं। सो आओ अज का जो शब्द है, जदों जोगियां दे नाल गलबात करदा है, जदों सिद्धां दे नाल गलबात हुंदी है,
ਜੇ ਗੁਰਬਾਣੀ ਦੇ ਅੰਦਰ ਜਦੋਂ ਜੋਗੀ ਦੇ ਨਾਲ ਗੱਲਬਾਤ ਹੋਈ ਤੇ ਉੱਥੇ ਭਰਥਰ ਜੋਗੀ ਸ਼ਬਦ ਵੀ ਵਰਤਿਆ ਗਿਆ। ਕਈਆਂ ਥਾਵਾਂ ਤੇ ਗੁਰਬਾਣੀ ਵਿੱਚ ਜੋਗੀ ਦਾ ਨਾਮ ਵੀ ਲੈ ਦਿੱਤਾ ਗਿਆ। ਗੁਰਬਾਣੀ ਦੇ ਵਿੱਚ ਅਸੀਂ ਜਦੋਂ ਪੜ੍ਹਦੇ ਹਾਂ, ਕਈ ਵਾਰ ਗੁਰਬਾਣੀ ਦੇ ਵਿੱਚ ਪੰਥ ਦੇ ਨਾਲ ਗੱਲਬਾਤ ਹੋ ਰਹੀ ਆ, ਇਸਲਾਮ ਧਰਮ ਦੇ ਵੀਰਾਂ ਦੇ ਨਾਲ ਗੱਲਬਾਤ ਹੋ ਰਹੀ ਆ। ਜਦੋਂ ਗੁਰੂ ਨਾਨਕ ਸਾਹਿਬ ਪਿਤਾ ਜੀ ਕਹਿੰਦੇ ਆ ਕਿ ਪੰਜ ਨਿਵਾਜਾਂ ਵਖਤ ਪੰਜ ਪੰਜਾਂ ਪੰਜੇ ਨਾਉ, ਪਹਿਲਾ ਸੱਚ ਹਲਾਲ, ਦੋਏ ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਨਾਏ, ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਕਹਾਏ। ਉੱਥੇ ਮੁਸਲਮਾਨ ਵੀਰਾਂ ਨਾਲ ਗੱਲ ਹੋ ਰਹੀ ਹੈ। ਜੋਗੀ ਨਾਲ ਜਦੋਂ ਗੱਲਬਾਤ ਕਰਦੇ ਆ ਤਾਂ ਉਹਨੂੰ ਸਮਝਾਉਂਦੇ ਆ, ਕਹਿੰਦੇ ਜੇ ਤੂੰ ਮੁੰਦਰਾਂ ਪਾਉਣੀਆਂ ਸੰਤੋਖ ਦੀਆਂ ਪਾ, ਮੁੰਦਾਂ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰੈ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ। ਸਾਰੇ ਸੰਸਾਰ ਵਿੱਚੋਂ ਰੱਬ ਵੇਖਿਆ ਕਰ, ਤੇਰਾ ਇਹੋ ਹੀ ਆਈ ਪੰਥੀ ਹੈ। ਉਹਨਾਂ ਦਾ ਆਪਣਾ ਇੱਕ ਫਿਰਕਾ ਹੈ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਮਨ ਨੂੰ ਜਿੱਤ ਲੈਣਾ ਤੇ ਜਗਤ ਨੂੰ ਜਿੱਤਣਾ ਹੈ ਬਸ। ਜਿੰਨੇ ਮਨ ਨਹੀਂ ਜਿੱਤਿਆ ਉਹ ਜਗਤ ਜਿੱਤਣ ਤੁਰ ਪਏਗਾ ਤੇ ਉਹਦੇ ਕੋਲ ਕਦੇ ਜਗਤ ਨਹੀਂ ਜਿੱਤਿਆ ਜਾਏਗਾ। ਆਦੇਸ਼ ਤਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਗੁਰੂ ਸਾਹਿਬ ਜੀ ਨੇ ਹਰੇਕ ਨੂੰ ਸਮਝਾਇਆ। ਪਰ ਇੱਥੇ ਇੱਕ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਮਹਾਂਪੁਰਖ ਜਦੋਂ ਵੀ ਕਦੇ ਸ਼ਬਦ ਬੋਲ ਰਹੇ ਆ, ਉਹ ਵੱਖਰੀ ਗੱਲ ਹੈ, ਕਿਸੇ ਨਾਲ ਡਿਬੇਟ ਹੋ ਰਹੀ ਹੈ, ਵਿਚਾਰ ਹੋ ਰਹੀ ਹੈ, ਜਾਂ ਗੁਰੂ ਸਾਹਿਬ ਜੀ ਕਿਸੇ ਦੇ ਬਾਰੇ ਕਹਿ ਰਹੇ ਆ ਕਿ ਭਾਈ ਤੂੰ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਕਰ, ਤੇਰੀ ਜ਼ਿੰਦਗੀ ਸੋਹਣੀ ਬਣ ਸਕਦੀ ਆ। ਪਰ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਇਹ ਵੀ ਸ਼ਬਦ ਵਰਤੇ ਆ ਕਿ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ, ਸਾਰੇ ਜਹਾਨ ਵਾਸਤੇ ਬੋਲ ਰਹੇ ਆ, ਕਿਸੇ ਇੱਕ ਵਾਸਤੇ ਨਹੀਂ। ਜੇ ਇਸਲਾਮ ਧਰਮ ਦੇ ਵੀਰਾਂ ਨਾਲ ਗੱਲ ਹੋਈ ਕਿ ਤੁਸੀਂ ਨਮਾਜ਼ਾਂ ਵੀ ਪੰਜ ਪੜ੍ਹੋ, ਤੁਹਾਨੂੰ ਕੋਈ ਮਨਾਹੀ ਨਹੀਂ ਆ, ਪਰ ਉਹਦੇ ਵਿੱਚੋਂ ਕੁਝ ਨਾ ਕੁਝ ਸਿੱਖਣ ਦਾ ਯਤਨ ਜ਼ਰੂਰ ਕਰੋ। ਇਸੇ ਤਰੀਕੇ ਦੇ ਨਾਲ ਗੁਰੂ ਸਾਹਿਬ ਜਦੋਂ ਕਿਸੇ ਦੇ ਨਾਲ ਗੱਲਬਾਤ ਕਰਦੇ ਆ, ਤੇ ਮੈਂ ਅੱਗੇ ਬੇਨਤੀ ਕਰ ਚੁੱਕਾ ਕਿ ਭਰਥਰ ਜੋਗੀ ਦਾ ਨਾਮ ਹੀ ਲੈ ਦਿੱਤਾ ਗੁਰੂ ਸਾਹਿਬ ਨੇ। ਇਸੇ ਤਰ੍ਹਾਂ ਅੱਜ ਭਗਤ ਤਰਲੋਚਨ ਜੀ ਗੱਲ ਕਰ ਰਹੇ ਆ ਇੱਕ ਸ਼ਖਸ ਦੇ ਨਾਲ, ਤੇ ਉਹਦਾ ਨਾਮ ਲੈ ਕੇ ਕਹਿ ਰਿਹਾ, ਕਹਿੰਦੇ ਭਰਮੇ ਭੁੱਲੀ ਰੇ ਜੈ ਚੰਦਾ। ਇਹ ਜੈ ਚੰਦ ਜੀ, ਇਹ ਜਿੰਨੀ ਵੀ ਲੁਕਾਈ ਆ ਨਾ, ਸਾਰੀ ਦੀ ਸਾਰੀ ਭਰਮ ਦੇ ਵਿੱਚ ਪਈ ਹੋਈ ਆ। ਪਿਆਰਿਓ, ਜਿੰਨਾ ਚਿਰ ਮਨੁੱਖ ਭਰਮ ਵਿੱਚ ਪਿਆ ਉਹਨਾਂ ਚਿਰ ਸੱਚਾਈ ਨਹੀਂ ਲੱਭ ਸਕਦੀ। ਜਿੰਨਾ ਚਿਰ ਮਨੁੱਖ ਭਰਮਾਂ 'ਚ ਪਿਆ ਨਾ, ਉਹ ਸੱਚਾਈ ਲੱਭਣੀ ਉਹਨੂੰ ਔਖੀ ਆ, ਫਿਰ ਕਦੇ ਵੀ ਸੱਚਾਈ ਨਹੀਂ ਲੱਭ ਸਕਦਾ। ਅਗਲੀ ਪੰਕਤੀ ਵਿੱਚ ਗੱਲ ਕਲੀਅਰ ਕਰ ਦਿੱਤੀ ਕਿ ਲੁਕਾਈ ਭਰਮ ਵਿੱਚ, ਕਿਹੜੇ ਭਰਮ ਵਿੱਚ ਪਈ ਆ। ਭਰਮ ਵੀ ਤੇ ਦੁਨੀਆ ਦੇ ਬਹੁਤ ਹੈ ਨਾ। ਅਗਲੀ ਪੰਕਤੀ ਦੇ ਵਿੱਚ ਭਗਤ ਤਰਲੋਚਨ ਜੀ ਨੇ ਦੱਸ ਦਿੱਤਾ, ਕਹਿੰਦੇ ਨਹੀਂ ਨਹੀਂ ਚੀਨਿਆ ਪਰਮਾਨੰਦਾ। ਹੁਣ ਭਰਮ ਕਿਹੜਾ ਹੈ ਜੀ ਭਲਾ? ਭਰਮ ਇਹ ਆ ਕਿ ਆਪਣੇ ਵੱਲੋਂ ਤੇ ਧਰਮ ਦੇ ਕਾਰਜ ਕੀਤੇ ਜਾ ਰਹੇ ਆ, ਆਪਣੇ ਵੱਲੋਂ ਤੇ ਇਹ ਕਿਹਾ ਜਾ ਰਿਹਾ ਕਿ ਅਸੀਂ ਰੱਬ ਨੂੰ ਪਛਾਣ ਲਿਆ। ਭਗਤ ਤਰਲੋਚਨ ਜੀ ਕਹਿੰਦੇ ਇਹ ਭਰਮ 'ਚ ਪਏ ਆ। ਜਿਹੜੇ ਕਰਮ ਇਹ ਕਰ ਰਹੇ ਆ, ਇਹ ਕਰਮ ਕਰਨ ਦੇ ਨਾਲ ਕਦੇ ਵੀ ਪਰਿਪੂਰਨ ਪਰਮਾਤਮਾ ਨੂੰ ਪਛਾਣਿਆ, ਚੀਨਿਆਂ ਦਾ ਮਤਲਬ ਹੁੰਦਾ ਪਛਾਣਨਾ, ਪਛਾਣਿਆ ਨਹੀਂ ਜਾ ਸਕਦਾ। ਜਿਹੜੇ ਇਹ ਕਰਮ ਕਰ ਰਹੇ ਆ, ਸ਼ਬਦ ਦੇ ਰਹਾਉ ਤੋਂ ਉਤਲੇ ਬੰਦ ਤੇ ਜਿਹੜੇ ਥੱਲੜੇ ਬੰਦ ਆ, ਉਹਨਾਂ ਦੇ ਵਿੱਚ ਦੱਸਿਆ ਕਿ ਕਰਮ ਕੀ ਕਰ ਰਹੇ ਆ ਸੰਸਾਰ ਵਿੱਚ। ਹੁਣ ਇਹ ਇਕੱਲਾ ਸ਼ਬਦ ਜੈ ਚੰਦ ਵਾਸਤੇ ਨਹੀਂ ਹੈ, ਇਹ ਸਾਰੀ ਲੁਕਾਈ ਵਾਸਤੇ ਆ, ਸਾਰੀ ਮਨੁੱਖਤਾ ਵਾਸਤੇ ਆ, ਸਾਰੇ ਸੰਸਾਰ ਵਾਸਤੇ ਆ। ਸ਼ਬਦ ਵਰਤੇ, ਕਹਿੰਦੇ ਭਰਮੇ ਭੁੱਲੀ ਰੇ ਜੈ ਚੰਦਾ। ਜੈ ਚੰਦ ਜੀ, ਸਾਰੀ ਲੁਕਾਈ ਭਰਮ ਵਿੱਚ ਆ। ਕਿਹੜਾ ਭਰਮ? ਨਹੀਂ ਨਹੀਂ ਚੀਨਿਆ ਪਰਮਾਨੰਦਾ। ਇਹਨਾਂ ਪਰਿਪੂਰਨ ਪਰਮਾਤਮਾ ਨੂੰ ਪਛਾਣਿਆ ਨਹੀਂ ਆ, ਤੇ ਉਹ ਪਰਿਪੂਰਨ ਪਰਮਾਤਮਾ ਦੇ ਨਾਮ ਹੇਠ ਕਰਮ ਤੇ ਕਰ ਰਹੇ ਆ, ਪਰ ਉਹ ਸਾਰੇ ਭਰਮ ਵਿੱਚ ਪੈ ਕੇ ਕਰ ਰਹੇ ਆ। ਕਿਹੜੇ ਕਿਹੜੇ ਕਰਮ ਕਰ ਰਿਹਾ ਜੀ ਭਲਾ? ਕਹਿੰਦੇ ਅੰਤਰ ਮਲ ਨਿਰਮਲ ਨਹੀਂ ਕੀਨਾ, ਬਾਹਰ ਭੇਖ ਉਦਾਸੀ। ਇਹਨਾਂ ਨੇ ਬਾਹਰ ਭੇਖ ਧਾਰਨ ਕੀਤੇ ਆ, ਅੰਦਰ ਇਹਨਾਂ ਦੇ ਮੈਲ ਭਰੀ ਆ। ਹੁਣ ਅੰਦਰ ਮੈਲ ਹੋਵੇ ਤੇ ਬਾਹਰ ਬੰਦਾ ਭੇਖੀ ਬਣ ਕੇ ਬੈਠਾ ਹੋਵੇ ਤੇ ਕਦੇ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ। ਮੰਨ ਲਓ ਕਿ ਸਤ ਸੰਗੀ ਪਿਆਰਿਓ, ਜੇ ਕੋਈ ਔਰਤ ਬਰਤਨ ਨੂੰ ਬਾਹਰੋਂ ਚੰਗੀ ਤਰੀਕੇ ਨਾਲ ਸਾਫ਼ ਕਰ ਲੈ, ਅੰਦਰ ਗੰਦਗੀ ਹੋਵੇ, ਉਹਨੂੰ ਕਦੇ ਵੀ ਸਿਆਣੀ ਔਰਤ ਨਹੀਂ ਕਿਹਾ ਜਾ ਸਕਦਾ। ਉਹ ਕਾਹਦੀ ਸਿਆਣੀ ਔਰਤ ਆ? ਬਾਹਰੋਂ ਤੇ ਸਫਾਈ ਚੰਗੀ ਤਰੀਕੇ ਨਾਲ ਕੀਤੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਆ,
ਪਰ ਅੰਦਰ ਕੀ ਹੈ ਭਲਾ? ਕਾਇਆ ਮਾਂਜਸ ਕੌਣ ਗੁਨਾ ਜੋ ਘਟ ਭੀਤਰ ਹੈ ਮਲਣਾ। ਗੁਰਬਾਣੀ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਆ, ਕਹਿੰਦੇ ਕਾਇਆ ਮਾਂਜਸ ਕੌਣ ਗੁਨਾ। ਕਿਹੜੀ ਗਿਣਤੀ ਵਿੱਚ ਹੈ ਤੁਹਾਡੀ ਕਾਇਆ ਮਾਂਜਣੀ, ਕਾਇਆ ਸਾਫ਼ ਕਰ ਲੈਣੀ? ਕਿਹੜੀ ਗਿਣਤੀ ਵਿੱਚ ਆ? ਜੋ ਘਟ ਭੀਤਰ ਹੈ ਮਲਣਾ। ਅੰਦਰ ਮੈਲ ਭਰੀ ਆ, ਬਾਹਰੋਂ ਸਰੀਰ ਧੋਤਾ ਜਾ ਰਿਹਾ, ਬਾਹਰੋਂ ਸਰੀਰ ਤੇ ਪਹਿਰਾਵਾ ਸੋਹਣਾ ਪਾਇਆ ਜਾ ਰਿਹਾ, ਗਾਤਰਾ ਉਤੋਂ ਦੀ ਪਾਇਆ ਜਾ ਰਿਹਾ, ਪੱਗ ਸੋਹਣੀ ਬੰਨੀ ਜਾ ਰਹੀ ਆ, ਕਰਮ ਸਾਰੇ ਦੇ ਸਾਰੇ ਵਿਪਰ ਵਾਲੀ ਸੋਚਦੇ ਕੀਤੇ ਜਾ ਰਹੇ। ਘਰ ਵਿੱਚ ਪਖੰਡ ਵੈਸੇ ਹੀ ਆ, ਬਾਣੀ ਵੀ ਪੜ੍ਹੀ ਜਾ ਰਹੀ ਆ, ਬਾਹਰੀ ਤੌਰ 'ਤੇ ਵਿਖਾਵਾ ਪੂਰਾ ਕੀਤਾ ਜਾ ਰਿਹਾ। 5 ਬਾਣੀਆਂ ਪੜ੍ਹੀਆਂ ਜਾ ਰਹੀਆਂ, ਸਮਾਂ ਮਿਲੇ ਸੁਖਮਨੀ ਸਾਹਿਬ ਵੀ ਪੜ੍ਹਿਆ ਜਾ ਰਿਹਾ, ਗੁਰਦੁਆਰੇ ਜਾ ਕੇ ਆਸਾ ਜੀ ਕੀ ਵਾਰ ਦੇ ਕੀਰਤਨ ਵੀ ਸੁਣੇ ਜਾ ਰਹੇ, ਕਥਾ ਵੀ ਸੁਣੀ ਜਾ ਰਹੀ ਆ। ਪਰ ਘਰ ਜਿੱਦਣ ਬੱਚੇ ਦਾ ਆਨੰਦ ਕਾਰਜ ਹੁੰਦਾ, ਜੋ ਸੰਸਾਰ ਕਰ ਰਿਹਾ ਉਹੀ ਅਸੀਂ ਕਰ ਰਹੇ ਹੁੰਦੇ ਹਾਂ। ਫਰਕ ਨਹੀਂ ਨਾ ਕਿਤੇ ਵੀ। ਸਾਡੇ ਘਰ ਵਿੱਚ ਕਿਸੇ ਸ਼ਖਸ ਦੀ ਮੌਤ ਹੋ ਜਾਂਦੀ ਹੈ, ਜੋ ਲੋਕ ਬਾਹਰ ਕਰ ਰਹੇ, ਜਿੰਨੇ ਵੀ ਲੋਕ ਸੰਸਾਰ ਦੇ ਕਰ ਰਹੇ, ਉਹ ਕੁਝ ਅਸੀਂ ਕਰੀ ਜਾਂਦੇ ਹਾਂ। ਸਾਡੇ ਵਿੱਚ ਤੇ ਉਹਨਾਂ ਵਿੱਚ ਫਰਕ ਕੀ ਆ? ਅਸੀਂ ਸਾਰੇ ਧਰਮ ਦੇ ਕਰਮ ਵੀ ਕਰ ਰਹੇ ਹਾਂ ਬਾਹਰੋਂ। ਇਹਦਾ ਮਤਲਬ ਹੈ ਕਿ ਅਸੀਂ ਬਾਹਰੋਂ ਭੇਖੀ ਹਾਂ, ਅੰਦਰੋਂ ਜਿੱਦਾਂ ਦੇ ਉਹ ਆ ਉੱਦਾਂ ਦੇ ਅਸੀਂ ਆ। ਜੇ ਉਹ ਫੁੱਲ ਥਾਂ ਥਾਂ ਤੇ ਧਾਰਮਿਕ ਸਥਾਨਾਂ ਤੇ ਚੁੱਕੀ ਫਿਰਦੇ ਆ, ਕੋਈ ਕਿਤੇ ਲੈ ਜਾਂਦਾ, ਕੋਈ ਕਿਤੇ ਲੈ ਜਾਂਦਾ, ਜਿੱਥੇ ਦੱਸਦੇ ਕਿ ਬੜੀ ਮਹਾਨ ਥਾਂ ਤੁਸੀਂ ਉੱਥੇ ਫੁੱਲ ਲੈ ਕੇ ਜਾਓ ਜੀ ਪ੍ਰਾਣੀ ਦੇ, ਇਹਨੂੰ ਸਵਰਗ ਮਿਲ ਜਾਣਾ, ਜਾਂ ਜੋ ਵੀ ਮਨੌਤਾਂ ਜੋੜੀਆਂ ਹੋਈਆਂ, ਉਹ ਮਨੁੱਖ ਉਹੀ ਉਹ ਕਰਮ ਕਰ ਰਿਹਾ। ਅਤੇ ਜਿੱਦਣ ਸਾਡੇ ਘਰ ਵਿੱਚ ਕਿਤੇ ਗੱਲ ਪੈਂਦੀ ਹੈ, ਉਹ ਕਰਮ ਅਸੀਂ ਕਰ ਰਹੇ ਹੁੰਦੇ ਹਾਂ। ਸਾਡੇ ਘਰ ਵਿੱਚ ਬੱਚੇ ਦਾ ਜਨਮ ਦਿਨ ਹੁੰਦਾ, ਕੇਕ ਸਾਡੇ ਘਰਾਂ 'ਚ ਵੀ ਕੱਟੇ ਜਾ ਰਹੇ ਆ। ਜਿਹੜੇ ਗੁਰਦੁਆਰੇ ਨਹੀਂ ਜਾ ਰਹੇ, ਜਿਹੜੇ ਬਾਹਰੀ ਤੌਰ 'ਤੇ ਨਹੀਂ ਭੇਖੀ ਕੰਮ ਉਹ ਵੀ ਕਰ ਰਿਹਾ। ਫਿਰ ਸਾਡੇ 'ਚ ਉਹਨਾਂ 'ਚ ਕੀ ਫਰਕ ਆ ਭਲਾ? ਫਿਰ ਤਾਂ ਅਸੀਂ ਬੜੇ ਵੱਡੇ ਭੇਖੀ ਹਾਂ। ਸਿੱਖਾਂ ਦੇ ਨਾਲ ਇੱਦਾਂ ਨਹੀਂ ਹੋ ਰਿਹਾ ਭਲਾ ਪਿਆਰਿਓ। ਥੋੜ੍ਹੀ ਗੱਲ ਸਮਝੀਏ। ਕਾਇਆ ਮਾਂਜਸ ਕੌਣ ਗੁਨਾ ਜੋ ਘਟ ਭੀਤਰ ਹੈ ਮਲਣਾ। ਇੱਕ ਇੱਕ ਸ਼ਬਦ ਵਿੱਚ ਇੰਨੇ ਪਿਆਰੇ ਅਰਥ, ਇੱਕ ਇੱਕ ਸ਼ਬਦ ਵਿੱਚ ਪਿਆਰਿਓ, ਇੱਕ ਇੱਕ ਅੱਖਰ ਦੇ ਵਿੱਚ ਇੰਨਾ ਗਿਆਨ ਸਮੋਇਆ ਕਿ ਜੇ ਸਿੱਖ ਨੇ ਕਿਤੇ ਗੁਰੂ ਕੋਲ ਬਹਿ ਕੇ ਲਿਆ ਹੁੰਦਾ ਨਾ, ਸੱਚੀ ਗੱਲ ਆ, ਸਿੱਖਾਂ ਦੇ ਘਰਾਂ ਵਿੱਚ ਅੱਜ ਜੋ ਕੁਝ ਹੋ ਰਿਹਾ ਇਹ ਕੁਝ ਨਾ ਹੁੰਦਾ। ਪਰ ਪ੍ਰੋਬਲਮ ਸਭ ਤੋਂ ਵੱਡੀ ਇਹ ਆ ਕਿ ਘਰ ਵਿੱਚ ਪਾਠ ਰਖਾਇਆ ਹੁੰਦਾ, ਪਾਠੀਆਂ ਨੂੰ ਭੋਗ ਪਾਉਣ ਨਾਲ ਵਾਸਤਾ ਹੁੰਦਾ, ਅਤੇ ਪਰਿਵਾਰ ਨੂੰ ਖਾਣ ਪੀਣ ਨਾਲ ਮਤਲਬ ਹੁੰਦਾ, ਜਾਂ ਜਿਹੜੇ ਰਿਸ਼ਤੇਦਾਰ ਆਏ ਹੁੰਦੇ ਉਹਨਾਂ ਨੂੰ ਸੰਭਾਲਣ 'ਚ ਲੱਗੇ ਹੁੰਦੇ ਸਾਰੇ। ਗੁਰਬਾਣੀ ਦਾ ਤੇ ਇੱਕ ਅੱਖਰ ਨਹੀਂ ਸਮਝਿਆ ਹੁੰਦਾ ਕਿ ਗੁਰੂ ਸਾਹਿਬ ਕਹਿੰਦੇ ਆ, ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਤ ਤੀਰਥ ਮਲ ਨਾਓ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਗੁਣਾਂ ਤੋਂ ਬਗੈਰ ਭਗਤੀ ਨਹੀਂ। ਅਤੇ ਜਿੱਦਣ ਗੁਣ ਚੰਗੇ ਜੀਵਨ ਵਿੱਚ ਆ ਗਏ, ਫਿਰ ਬਾਹਰੋਂ ਵਿਖਾਵਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ। ਭਗਤ ਤਰਲੋਚਨ ਜੀ ਕਹਿੰਦੇ ਅੰਤਰ ਮਲ ਨਿਰਮਲ ਨਹੀਂ ਕੀਨਾ। ਅੰਦਰ ਗੰਦਾ, ਬਾਹਰ ਭੇਖੇ ਉਦਾਸੀ। ਬਾਹਰੋਂ ਭੇਖੀ ਬਣ ਕੇ ਬੈਠਾ ਮਨੁੱਖ, ਬਾਹਰੋਂ। ਅੱਛਾ, ਰਣਜੀਤ ਬਾਬੇ ਨੇ ਇੱਕ ਗਾਣਾ ਗਾਇਆ ਸਾਧ ਸੰਗਤ, ਆ ਬਸ 1 ਮਿੰਟ ਕੇਵਲ, ਬੋਲਣਾ ਨਹੀਂ ਮੈਂ ਇਸ ਵਿਸ਼ੇ 'ਤੇ। ਉਹਦੇ ਵਿੱਚ ਗੱਲ ਕੀਤੀ ਸੀ, ਗਾਤਰੇ ਜਨੇਊ ਤੇ ਕਰੋਸ ਗਲ ਪਾ ਲਏ, ਵਿਚਾਰ ਅਪਣਾਏ ਨਾ ਤੇ ਬਾਣੇ ਅਪਣਾ ਲਏ। ਗੱਲ ਕਿੱਡੀ ਵਜਨ ਵਾਲੀ ਸੀ। ਉਹ ਵੱਖਰੀ ਗੱਲ, ਉਹਨੇ ਗਾਣਾ ਵਾਪਸ ਲੈ ਲਿਆ। ਉਹ ਕਰਨਾ ਨਹੀਂ ਸੀ ਚਾਹੀਦਾ ਇਸ ਤਰ੍ਹਾਂ। ਬੜਿਆਂ ਵੀਰਾਂ ਨੇ ਇਸ ਵਿਸ਼ੇ 'ਤੇ ਵੀਡੀਓ ਪਾਈ ਆ। ਪਰ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਸੀ ਕਿ ਵਜ਼ਨ ਕਿੰਨਾ ਹੈ। ਗਾਤਰੇ, ਸਭ ਤੋਂ ਪਹਿਲਾਂ ਗੱਲ ਗਾਤਰੇ ਦੀ ਕੀਤੀ ਆ। ਸਭ ਤੋਂ ਪਹਿਲਾਂ ਗਾਤਰੇ ਜਨੇਊ ਕਰੋਸ ਗਲ ਪਾ ਲਏ, ਤੇ ਕੀ ਆ ਜੀ ਭਲਾ? ਵਿਚਾਰ ਅਪਣਾਏ ਨਾ ਬਾਣੇ ਅਪਣਾ ਲਏ। ਅੱਜ ਸਿੱਖਾਂ ਨਾਲ ਨਹੀਂ ਇੱਦਾਂ ਹੋ ਰਿਹਾ ਭਲਾ। ਸਿੱਖਾਂ ਨੇ ਤੇ ਕੀ ਕੀਤਾ ਭਲਾ? ਬਾਣੇ ਅਪਣਾਏ ਹੋਏ ਆ, ਵਿਚਾਰਧਾਰਾ ਨਹੀਂ ਅਪਣਾਈ। ਫਿਰ ਸਾਡੇ ਵਿੱਚ ਜੈ ਚੰਦ ਵਿੱਚ ਕੋਈ ਫਰਕ, ਸਾਡੇ ਵਿੱਚ ਜਾਂ ਜਿਹੜੇ ਉਦਾਸੀ ਆ, ਜਿਹੜੇ ਸੰਨਿਆਸੀ ਆ, ਜਿਹੜੇ ਤਪੀਸਰ ਆ, ਜਿਹੜੇ ਜਪੀਸਰ ਆ, ਜਿਹੜੇ ਜੋਗੀ ਆ, ਜਿਹੜੇ ਸਿੱਧ ਆ, ਸਾਡੇ ਵਿੱਚ ਤਾਂ ਉਹਨਾਂ ਵਿੱਚ ਫਰਕ ਕੀ ਆ ਭਲਾ? ਗੁਰੂ ਨਾਨਕ ਸਾਹਿਬ ਜੀ ਸਾਰੀ ਜ਼ਿੰਦਗੀ ਆਪਣੀ ਇਸੇ ਕੰਮ ਵਿੱਚ ਲਾਉਂਦੇ ਆ, ਸਾਰੀ ਜ਼ਿੰਦਗੀ। ਕਿ ਇਹਨਾਂ ਨੂੰ ਜਿਹੜੇ ਤਪ ਕਰਦੇ ਫਿਰਦੇ, ਇਹਨਾਂ ਨੂੰ ਇੱਥੋਂ ਇਸ ਕੰਮ 'ਚੋਂ ਹਟਾਉਣਾ। ਜਿਹੜੇ ਜਪੀ ਬਣ ਕੇ ਬੈਠੇ, ਇਹਨਾਂ ਨੂੰ ਆਖਣਾ ਜਪ ਕਰਨ ਵਾਲਿਓ, ਗਿਣਤੀ ਕਰ ਕਰਕੇ ਜਪ ਕਰਦੇ, ਉਹਦੇ ਵਿੱਚੋਂ ਸਿੱਖ ਵੀ ਲਓ ਕੁਝ।
ਗੁਰੂ ਨਾਨਕ ਸਾਹਿਬ ਜੀ ਦੂਜਿਆਂ ਕੋਲ ਜਾਂਦੇ ਸੀ ਸਮਝਾਉਣ ਵਾਸਤੇ, ਬਾਬਾ ਨਾਨਕ ਜੀ ਤੁਹਾਡੀ ਆਪਣੀ ਕੌਮ ਪਠੇਰਾਏ ਤੁਰ ਪਈ, ਤੁਹਾਡੇ ਆਪਣੇ ਤਪੀ ਬਣ ਕੇ ਬਹਿ ਗਏ, ਤੁਹਾਡੇ ਆਪਣੇ ਜਪੀ ਬਣ ਕੇ ਬਹਿ ਗਏ। ਗੁਰੂ ਨਾਨਕ ਸਾਹਿਬ ਜੀ ਤੁਸੀਂ ਦੂਜਿਆਂ ਨੂੰ ਸਮਝਾਉਣ ਗਏ ਸੀ। ਅੱਛਾ, ਇੱਕ ਬੇਨਤੀ ਹੋਰ ਸੁਣਿਓ ਧਿਆਨ ਨਾਲ। ਗੁਰੂ ਨਾਨਕ ਸਾਹਿਬ ਜੀ ਦੂਜਿਆਂ ਨੂੰ ਸਮਝਾਉਣ ਵਾਸਤੇ ਜਾਂਦੇ ਆ ਨਾ, ਗੁਰੂ ਨਾਨਕ ਸਾਹਿਬ ਜੀ ਦੂਜਿਆਂ ਨੂੰ ਸਮਝਾਉਣ ਜਾਂਦੇ ਆ, ਤੇ ਬਹੁਤ ਹੱਦ ਤੱਕ ਗੁਰੂ ਨਾਨਕ ਸਾਹਿਬ ਜੀ ਦੀ ਗੱਲ ਨੂੰ ਕਬੂਲਿਆ ਗਿਆ, ਪ੍ਰਵਾਨ ਕੀਤਾ ਗਿਆ ਹਰ ਥਾਂ ਤੇ। ਵੱਖਰੀ ਗੱਲ ਆ, ਇੱਕ ਵੱਖਰਾ ਵਿਸ਼ਾ ਕਿ ਗੁਰੂ ਨਾਨਕ ਸਾਹਿਬ ਜੀ ਜਦੋਂ ਬਹੁਤ ਤਲ ਤੇ ਜਾ ਕੇ ਸੱਚ ਬੋਲਦੇ ਆ ਤੇ ਉਹਨਾਂ ਨੂੰ ਪੱਥਰ ਤੇ ਰੋੜਿਆਂ ਦਾ ਸਾਹਮਣਾ ਵੀ ਕਰਨਾ ਪੈਂਦਾ, ਪਰ ਸੱਜਣ ਠੱਗ ਵਰਗੇ, ਭੂਮੀਏ ਚੋਰ ਵਰਗੇ, ਹੋਰ ਵੀ ਕਿੰਨੇ ਆ, ਕੌਡੇ ਰਾਖਸ਼ ਵਰਗੇ, ਉਹਨਾਂ ਨੇ ਗੁਰੂ ਸਾਹਿਬ ਜੀ ਦੀ ਗੱਲ ਨੂੰ ਪ੍ਰਵਾਨ ਵੀ ਕੀਤਾ, ਅਪਣਾਇਆ ਵੀ ਆ। ਇਹ ਜਿਹੜਾ ਗੁਣ ਆ ਨਾ, ਜਿਹੜੇ ਮਾੜੇ ਲੋਕਾਂ ਦਾ ਇਹ ਗੁਣ ਆ, ਜਿਹੜੇ ਮਾੜੇ ਕਰਮ ਕਰਦੇ ਸੀ, ਜਿਹੜੇ ਮਾੜੇ ਕੰਮ ਕਰਨ ਛੱਡਣ ਲਈ ਤਿਆਰ ਨਹੀਂ ਸੀ, ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਉਹਨਾਂ ਦੇ ਜੇਨ ਤੱਕ ਜਾਂਦੀ ਆ ਤੇ ਉਹ ਸਾਰੇ ਦੇ ਸਾਰੇ ਆਪਣੇ ਕੰਮ ਛੱਡ ਦਿੰਦੇ ਆ। ਸਭ ਤੋਂ ਵੱਡਾ ਗੁਣ ਸੀ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਬਹੁਤ ਹੱਦ ਤੱਕ ਦੂਜਿਆਂ ਮਜ਼ਹਬਾਂ ਨੇ ਪ੍ਰਵਾਨ ਕਰ ਲਿਆ। ਅੱਜ ਗੁਰੂ ਨਾਨਕ ਦਾ ਸਿੱਖ ਖਵਾਉਣ ਵਾਲਾ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਅਪਣਾਉਣ ਲਈ ਤਿਆਰ ਨਹੀਂ ਹੈਗਾ, ਉਹ ਨਹੀਂ ਅਪਣਾਉਣਾ ਚਾਹੁੰਦਾ। ਕਹਿੰਦੇ ਬਸ ਅਸੀਂ ਬਾਹਰੋਂ ਅਸੀਂ ਪਖੰਡ ਕਰਨਾ, ਸਾਨੂੰ ਅੰਦਰੋਂ ਸੁਧਰਨ ਨੂੰ ਕੋਈ ਮਤਲਬ ਨਹੀਂ ਹੈ। ਤੇ ਸਾਡੇ ਉੱਦਾਂ ਹੀ ਅੱਗੇ ਵੀ ਉੱਦਾਂ ਦੇ ਮਿਲ ਜਾਂਦੇ ਆ। ਉਹਨਾਂ ਨੂੰ ਜੇ ਬਾਹਰੋਂ ਪਖੰਡ ਕਰਨ ਵਾਲਾ ਥੋੜ੍ਹਾ ਘੱਟ ਮਿਲੇ ਤੇ ਥੋੜ੍ਹਾ ਅੰਦਰ ਉਹਦਾ ਨਿਰਮਲ ਹੋਵੇ, ਅੰਦਰ ਉਹਦਾ ਪਵਿੱਤਰ ਹੋਵੇ, ਉਹਨੂੰ ਉਹ ਸਮਝਦੇ ਠੀਕ ਨਹੀਂ ਆ। ਅੰਦਰ ਭਾਵੇਂ ਜਿੰਨਾ ਮਰਜ਼ੀ ਕੂੜ ਭਰਿਆ ਹੋਵੇ, ਅੰਦਰ ਜਿੰਨਾ ਮਰਜ਼ੀ ਪਖੰਡ ਭਰਿਆ ਹੋਵੇ, ਬਸ ਬਾਹਰੀ ਤੌਰ 'ਤੇ ਬਾਣਾ ਸੋਹਣਾ ਹੋਣਾ ਚਾਹੀਦਾ। ਸਾਡੇ ਉਹਨਾਂ ਨੂੰ ਹੱਥਾਂ 'ਤੇ ਚੁੱਕੀ ਫਿਰਦੇ ਆ। ਕਹਿੰਦੇ ਬਸ ਜੀ ਇਹ ਬੜੇ ਵੱਡੇ ਮਹਾਂਪੁਰਸ਼ ਹੈ। ਅੱਛਾ, ਉਹਨਾਂ ਨੂੰ ਤੇ ਕਹਿ ਲੈਣਾ ਚਾਹੀਦਾ, ਉਹਨਾਂ ਨੂੰ ਤੇ ਚਲੋ ਹੱਥਾਂ 'ਤੇ ਚੁੱਕ ਵੀ ਲੈਣਾ ਚਾਹੀਦਾ, ਜਿਨ੍ਹਾਂ ਦੇ ਬਾਹਰ ਵੀ ਸੋਹਣਾ ਪਹਿਰਾਵਾ ਤੇ ਜਿਨ੍ਹਾਂ ਦੇ ਅੰਦਰ ਵੀ ਸੋਹਣੇ ਗੁਣ ਹੈਗੇ ਆ, ਉਹਨਾਂ ਨੂੰ ਤੇ ਚਲੋ ਚੁੱਕ ਲੈਣਾ ਚਾਹੀਦਾ, ਕੋਈ ਫਰਕ ਨਹੀਂ ਪੈਂਦਾ। ਪਰ ਜਿਨ੍ਹਾਂ ਦੇ ਬਾਹਰ ਤੇ ਪਹਿਰਾਵਾ ਤੇ ਸੋਹਣਾ ਪਰ ਅੰਦਰ ਖਾਤੇ ਕੁਛ ਨਹੀਂ ਹੈਗਾ, ਉਹਨਾਂ ਨੂੰ ਹੱਥਾਂ 'ਤੇ ਚੁੱਕਣ ਦੀ ਕੀ ਲੋੜ ਪਈ ਆ? ਉਹਨਾਂ ਨੂੰ ਅਸੀਂ ਕਿਉਂ ਚੁੱਕਦੇ ਪਏ ਹਾਂ ਭਲਾ? ਪਿਆਰੇ, ਉਹ ਗੱਲ ਸਮਝਣੀ ਪੈਣੀ ਆ, ਬੜੀ ਬਰੀਕੀ ਨਾਲ ਗੱਲ ਸਮਝਣੀ ਪਏਗੀ। ਅੰਤਰ ਮਲ ਨਿਰਮਲ ਨਹੀਂ ਕੀਨਾ, ਬਾਹਰ ਭੇਖ ਉਦਾਸੀ। ਗੱਲ ਕੀਤੀ ਗੁਰੂ ਸਾਹਿਬ ਜੀ ਨੇ, ਭਗਤ ਸਾਹਿਬਾਨ ਨੇ, ਭਗਤ ਤਰਲੋਚਨ ਜੀ ਨੇ ਬੜੀ ਵਜ਼ਨਦਾਰ ਗੱਲ ਕੀਤੀ। ਬਾਹਰ ਭੇਖ ਉਦਾਸੀ, ਹਿਰਦੈ ਕਮਲ ਘਟ ਬ੍ਰਹਮ ਨਾ ਚੀਨਾ, ਕਾਹੇ ਭਇਆ ਸੰਨਿਆਸੀ। ਕਾਹਦਾ ਸੰਨਿਆਸੀ ਆ? ਹਿਰਦੇ ਰੂਪੀ ਕਵਲ ਵਿੱਚ ਖਿੜਿਆ ਹੋਇਆ ਕੌਲ ਫੁੱਲ ਨਹੀਂ ਦਿਖਿਆ, ਬਾਹਰ ਤੁਰਿਆ ਫਿਰਦਾ। ਸੰਨਿਆਸੀ ਜੀ ਤੁਸੀਂ ਕਾਹਦੇ ਸੰਨਿਆਸੀ ਹੋ? ਤੁਹਾਨੂੰ ਆਪਣੇ ਸਰੀਰ 'ਚੋਂ ਤੇ ਰੱਬ ਨਹੀਂ ਲੱਭਿਆ। ਅੱਛਾ, ਸਾਧ ਸੰਗਤ ਦੁਨੀਆ ਵਿੱਚ ਨਾ ਦੋ ਤਰ੍ਹਾਂ ਦੇ ਮਨੁੱਖ ਆ। ਇੱਕ ਉਹ ਮੰਦਰ ਵਿੱਚ ਗਏ, ਮੰਦਰ 'ਚ ਜਾਂਦੇ ਆ, ਜਾ ਰਿਹਾ ਤੇ ਕੀ ਕੀਤਾ, ਮੰਦਰ ਤੋਂ ਬਾਹਰ ਜਿਹੜਾ ਸੀ ਨਾ, ਉਹ ਕੰਧਾਂ ਨੂੰ ਮੱਥਾ ਟੇਕਿਆ, ਕੰਧਾਂ ਨੂੰ ਫੁੱਲ ਚੜਾਏ, ਕੰਧਾਂ ਨੂੰ ਹੀ ਮਨ ਮੁੰਨ ਕੇ ਆ ਗਏ। ਉਹ ਗਾਂਹ ਤੱਕ ਨਹੀਂ ਪਹੁੰਚ ਪਾਏ, ਉਹਨਾਂ ਨੇ ਬਸ ਕੰਧਾਂ ਨੂੰ ਨੱਕ ਨੂੰ ਕਰਗੜੇ ਵਾਪਸ ਆ ਗਏ। ਇੱਕ ਉਹ ਸੀ ਜਿਹੜੇ ਵੇਖਦੇ ਰਹੇ ਸਾਰਾ ਕੁਛ। ਉਹਨਾਂ ਨੇ ਕੀ ਕੀਤਾ, ਜਾ ਕੇ ਉਹਨਾਂ ਨੇ ਵੇਖਿਆ ਕਿ ਯਾਰ ਇਹ ਜਾਂਦੇ ਆ, ਮੰਦਰ ਵਿੱਚ ਨਹੀਂ ਜਾਂਦੇ, ਬਾਹਰੋਂ ਕੰਧਾਂ ਨੂੰ ਮੱਥਾ ਟੇਕ ਕੇ ਬਸ ਆ ਜਾਂਦੇ ਆ, ਬਸ ਕੰਧਾਂ ਨੂੰ ਹੀ ਫੁੱਲ ਫਲ ਚੜਾ ਦਿੰਦੇ ਆ, ਕੰਧਾਂ ਨੂੰ ਹੀ ਧੁੰਦੇ ਧਾਂਦੇ ਰਹਿੰਦੇ ਆ, ਬਸ ਇਹ ਬਾਹਰੋਂ ਹੀ ਆ ਜਾਂਦੇ। ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਹੱਥ ਵਿੱਚ ਫੜੇ ਘਵਾੜੇ ਥੋੜੇ, ਉਹਨਾਂ ਨੇ ਆਖਿਆ ਕੰਧਾਂ ਢਾਹ ਦਿੰਦੇ ਆ ਚਲੋ। ਉਹਨਾਂ ਕੀ ਕੀਤਾ, ਉਹਨਾਂ ਕੰਧਾਂ ਢਾਉਣ ਤੇ ਜ਼ੋਰ ਲਾਤਾ। ਪਹਿਲੇ ਉਹ ਸੀ ਜਿਨ੍ਹਾਂ ਨੇ ਕੰਧਾਂ ਤੇ ਨੱਕ ਰਗੜਨ ਤੇ ਜ਼ੋਰ ਲਾਤਾ, ਦੂਜੇ ਉਹ ਸੀ ਜਿਨ੍ਹਾਂ ਨੇ ਕੰਧਾਂ ਢਾਉਣ ਤੇ ਜ਼ੋਰ ਲਾਤਾ। ਅੰਦਰ ਤੱਕ ਕੋਈ ਨਹੀਂ ਪਹੁੰਚਿਆ। ਹੁਣ ਇਹੋ ਹੀ ਗੱਲ ਜ਼ਿੰਦਗੀ ਦੀ ਆ। ਸਰੀਰ ਜਿਹੜਾ ਨਾ, ਸਾਡੇ ਸਰੀਰ ਇੱਕ ਮੰਦਰ ਆ। ਗੁਰਬਾਣੀ ਨੇ ਵੀ ਆਖਿਆ ਹਰ ਮੰਦਰ ਇਹ ਸਰੀਰ ਹੈ। ਸਰੀਰ ਕੀ, ਸਾਡਾ ਮੰਦਰ। ਮੰਦਰ ਦੇ ਵਿੱਚ ਰੱਬ ਆ, ਸਰੀਰ ਵਿੱਚ ਰੱਬ ਆ। ਸਾਡੇ ਕਈਆਂ ਨੇ ਕੀ ਕੀਤਾ, ਉਹ ਸਰੀਰ ਨੂੰ ਹੀ ਬਸ ਬਾਹਰੋਂ ਹੀ ਭੇਖੀ ਭਾਖੀ ਜੇ ਬਣਦੇ ਰਹੇ, ਬਾਹਰੋਂ ਹੀ ਸੋਹਣੇ ਬਾਣੇ ਪਾ ਲਿਆ ਜੀ, ਸੋਹਣੇ ਪਹਿਰਾਵਾ ਪਾ ਲਿਆ, ਲੋਕਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਬਾਹਰੀ ਤੌਰ 'ਤੇ ਕਰ ਲਿਆ, ਅੰਦਰ ਤੱਕ ਪਹੁੰਚ ਨਹੀਂ ਬਣਾਈ। ਇੱਕ ਦੂਜੇ ਨੰਬਰ 'ਤੇ ਉਹ ਸੀ, ਇੱਕ ਪਹਿਲੇ ਤੇ ਉਹ ਸੀ ਜਿਨ੍ਹਾਂ ਨੇ ਇਹ ਜਿਹੜਾ ਸਰੀਰ ਰੂਪੀ ਮੰਦਰ ਸੀ ਇਹਦੇ ਅੰਦਰ ਤੱਕ ਪਹੁੰਚ ਨਹੀਂ ਕੀਤੀ, ਬਾਹਰੋਂ ਹੀ ਬਸ ਵਾਪਸ ਆ ਗਏ, ਬਾਹਰੋਂ ਸਰੀਰ ਦੀ ਦੇਖ ਰੇਖ ਹੀ ਕਰਦੇ ਰਹੇ, ਬਸ ਇਹਨੂੰ ਹੀ ਖੁਸ਼ ਕਰਨ ਤੇ ਲੱਗੇ ਰਹੇ ਬਸ। ਦੂਜੇ ਨੰਬਰ 'ਤੇ ਉਹ ਸੀ ਜਿਹੜੇ ਮਨੁੱਖ ਇਸ ਸਰੀਰ ਨੂੰ ਤਪਾਉਣ ਤੇ ਲੱਗ ਗਏ।
ਲੰਮਾ ਲੰਮਾ ਸਮਾਂ ਚੌਂਕੜੀਆਂ ਲਾ ਲੈ, ਚੌਂਕੜੇ ਲਾ ਲੈ, ਲੰਮਾ ਲੰਮਾ ਸਮਾਂ ਜਪ ਕੀਤਾ, ਲੰਮਾ ਲੰਮਾ ਸਮਾਂ ਤਪ ਕੀਤਾ, ਸਿਲੇ ਕੱਟੇ ਪਾਣੀਆਂ ਦੇ ਵਿੱਚ। ਦੂਜੇ ਨੰਬਰ ਤੇ ਉਹ ਸੀ। ਤੀਜੇ ਤੇ ਆਏ ਨਹੀਂ ਜਿਨ੍ਹਾਂ ਨੇ ਅੰਦਰ ਤੱਕ ਪਹੁੰਚ ਕਰਨੀ ਸੀ। ਤੇ ਗੁਰੂ ਨਾਨਕ ਸਾਹਿਬ ਜੀ ਨਾ ਤੇ ਸਰੀਰ ਨੂੰ ਪਰੇਸ਼ਾਨ ਕਰ, ਨਾ ਤੇ ਜੋਗੀਆਂ ਨੂੰ ਪ੍ਰਵਾਨ ਕਰਦੇ ਆ, ਨਾ ਭੋਗੀਆਂ ਨੂੰ ਪ੍ਰਵਾਨ ਕਰਦੇ ਆ। ਉਸ ਜੋਗੀ ਨੂੰ ਪ੍ਰਵਾਨ ਕਰਦੇ ਜਿਹੜਾ ਜੋਗੀ ਜੋਗ ਤੱਕ ਪਹੁੰਚ ਜਾਂਦਾ। ਜਿਹੜਾ ਪਖੰਡ ਤੱਕ ਰਹਿੰਦਾ ਉਹਨੂੰ ਨਹੀਂ ਪ੍ਰਵਾਨ ਕਰਦੇ। ਤਾਈਓ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜੋਗ ਨਾ ਖਿੰਥੈ, ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈਏ, ਜੋਗ ਨਾ ਸਿੰਘੀ ਮੂੰਹ ਮਨਾਈਏ, ਅੰਜਨ ਮਾਹੇ ਨਰੰਜਨ ਰਹੀਏ, ਜੋਗ ਜੁਗਤ ਐਵਾਂ ਪਾਈਏ। ਆਹ ਗੱਲ ਜਿਹੜੀ ਸੀ ਬੜੇ ਕਮਾਲ ਦੀ ਗੁਰੂ ਨਾਨਕ ਸਾਹਿਬ ਨੇ ਆਖੀ। ਅੰਜਨ ਮਾਹੇ ਨਿਰੰਜਨ ਰਹੀਏ, ਜੋਗ ਜੁਗਤ ਐਵਾਂ ਪਾਈਏ, ਗ੍ਰਸਤ ਵਿੱਚ ਰਹਿ ਕੇ ਰੱਬ ਨੂੰ ਪਾਈਏ। ਇਹ ਤੇ ਬੜੀ ਵੱਡੀ ਬਲਿਹਾਰੀ ਆ। ਘਰ ਛੱਡ ਕੇ ਹੀ ਪਹਾੜਾਂ ਜਿਹੜੀਆਂ ਗੁਫਾ ਕੰਦਰਾਂ 'ਚ ਚਲੇ ਜਾਣਾ, ਘਰ ਛੱਡ ਕੇ ਜੰਗਲਾਂ ਦੇ ਵਿੱਚ ਚਲੇ ਜਾਣਾ ਤੇ ਕਹਿਣ ਕਿ ਉੱਥੇ ਅਸੀਂ ਰੱਬ ਲੱਭਣ ਗਏ ਹਾਂ। ਤੇ ਬਾਬੇ ਫਰੀਦ ਨੇ ਬੜੇ ਕਮਾਲ ਦੀ ਗੱਲ ਆਖੀ, ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੇ, ਵਸੀ ਰੱਬ ਹਿਆਲੀਏ ਜੰਗਲ ਕਿਆ ਟੁੰਡੇ। ਕਮਲਿਆ ਉੱਥੇ ਰੱਬ ਕਿੱਥੇ ਲੱਭਣ ਤੁਰ ਪਿਆ, ਉੱਥੇ ਤਾਂ ਕੰਡੇ ਆ, ਉੱਥੇ ਥੋੜੀ ਕਿਤੇ ਲੱਭ ਰੱਬਣਾ ਭਲਾ। ਗੁਰੂ ਨਾਨਕ ਸਾਹਿਬ ਜੀ ਨੇ ਇਸ ਗੱਲ ਨੂੰ ਪ੍ਰਵਾਨ ਕੀਤਾ ਸੀ ਕਿ ਅੰਜਨ ਮਾਹੇ ਨਿਰੰਜਨ ਰਹੀਏ, ਜੋਗ ਜੁਗਤ ਐਵੇਂ ਪਾਈਏ। ਤੇ ਭਗਤ ਤਰਲੋਚਨ ਜੀ ਕਹਿ ਰਹੇ ਆ, ਕਹਿੰਦੇ ਅੰਤਰ ਮਲ ਨਿਰਮਲ ਨਹੀਂ ਕੀਨਾ, ਬਾਹਰ ਪੇਖ ਉਦਾਸੀ ਹਿਰਦੈ ਕਮਲ, ਖਟ ਬ੍ਰਹਮ ਨਾ ਚੀਨਾ। ਕਾਹੇ ਭਇਆ ਸੰਨਿਆਸੀ ਪਰਮੇ ਭੁੱਲੀ, ਰੇਜੈ ਚੰਦਾ ਨਹੀਂ ਚੀਨਿਆ, ਨਹੀਂ ਚੀਨਿਆ ਪਰਮਾਨੰਦਾ। ਘਰ ਘਰ ਖਾਇਆ ਪਿੰਡ ਵਧਾਇਆ। ਘਰ ਘਰ ਚੋਂ ਮੰਗ ਕੇ ਕੀ ਕੀਤਾ ਭਲਾ? ਪਿੰਡ ਮੀਨਿੰਗ ਸਰੀਰ, ਸਰੀਰ ਵਧਾ ਲਏ। ਘਰ ਘਰ ਖਾਇਆ ਪਿੰਡ ਵਧਾਇਆ, ਘਰ ਘਰ ਤੋਂ ਮੰਗ ਕੇ ਟੁੱਕਰ ਮੰਗਿਆ, ਘਰ ਘਰ ਜਾ ਕੇ ਉਹ ਖਾਧਾ, ਕੀ ਹੋਇਆ? ਸਰੀਰ ਗਏ ਵੱਧ। ਖਿੰਥਾ ਮੁੰਡਾ ਘਰ ਛੱਡੇ ਆ ਜੀ, ਚੌਧਰੀ ਹੈ ਜੀ ਇਹ। ਬਸ ਇਹ ਵੀ ਤਾਂ ਮਾਇਆ ਹੀ ਆ ਨਾ। ਮਾਇਆ ਦਾ ਕੋਈ ਇੱਕ ਰੂਪ ਥੋੜ੍ਹੀ ਆ, ਮਾਇਆ ਦੇ ਕਈ ਰੂਪ ਆ ਭਲਾ। ਇਹ ਮਾਇਆ ਜਿਤ ਹਰ ਵਿਸਰੈ, ਮੂੰਹ ਉਪਜੈ ਭਾਉ ਦੂਜਾ ਲਾਇਆ। ਕਈ ਰੂਪ ਆ ਮਾਇਆ ਦੇ। ਕੋਈ ਚਲੇ ਗਿਆ ਯਾਤਰਾ ਕਰਨ ਵਾਸਤੇ ਤੇ 15 ਕੁ ਦਿਨਾਂ ਬਾਅਦ ਵਾਪਸ ਆ ਗਿਆ, ਦੱਸਣ ਲੱਗ ਪਿਆ ਪਿੰਡ ਵਾਲਿਆਂ ਨੂੰ, ਫਲਾਣੀ ਥਾਂ 'ਤੇ ਵੀ ਗਿਆ, ਮੈਂ ਫਲਾਣੀ ਥਾਂ 'ਤੇ ਵੀ ਗਿਆ। ਕੋਈ ਯਾਤਰਾ ਦਾ ਲਾਭ ਥੋੜ੍ਹੀ ਹੋਇਆ। ਤਿੰਨਾਂ ਚੌਹਾਂ ਦੇ ਤੂੰ ਨਾ ਗਣਾਇਆ, ਕਿਸੇ ਇੱਕ ਥਾਂ ਦਾ ਵੀ ਇਤਿਹਾਸ ਦੱਸ ਕੇ ਵਿਖਾ। ਹੁਣ ਦੰਦਲ ਪੈ ਗਈ, ਹੁਣ ਨਹੀਂ ਦੱਸ ਸਕਦਾ ਕਿਉਂਕਿ ਪਤਾ ਨਹੀਂ ਨਾ ਹੈਗਾ। ਉੱਥੇ ਗਏ, ਮੱਥਾ ਟੇਕਿਆ, ਬਸ ਉੱਥੇ ਪ੍ਰਸ਼ਾਦ ਖਾਧਾ ਤੇ ਵਾਪਸ ਆ ਗਏ। ਰਾਜ ਤਾਸ਼ ਖੇਡ ਲਈ, ਗੱਲਾਂ ਕਰ ਲਈਆਂ, ਬਸ। ਸਾਨੂੰ ਇਤਿਹਾਸ ਦੀ ਲੋੜ ਕੀ ਹੈ ਭਲਾ? ਹੁਣ ਧਾਰਮਿਕ ਸਥਾਨਾਂ 'ਤੇ ਜਾਣਾ ਨਹੀਂ ਚਾਹੀਦਾ, ਇਹ ਥੋੜ੍ਹੀ ਹੈ ਕਿਤੇ ਜਾਣਾ ਨਹੀਂ ਚਾਹੀਦਾ। ਜਾਣਾ ਚਾਹੀਦਾ ਸਾਨੂੰ ਆਪਣੇ ਧਾਰਮਿਕ ਸਥਾਨਾਂ 'ਤੇ, ਇਤਿਹਾਸਕ ਸਥਾਨਾਂ 'ਤੇ ਸਾਨੂੰ ਜਾਣਾ ਚਾਹੀਦਾ। ਪਰ ਸਾਨੂੰ ਆਪਣੇ ਇਤਿਹਾਸਕ ਸਥਾਨਾਂ ਬਾਰੇ ਪਤਾ ਹੋਣਾ ਬੜਾ ਜ਼ਰੂਰੀ ਆ ਕਿ ਇਸ ਸਥਾਨ 'ਤੇ ਕੀ ਵਾਪਰਿਆ ਸੀ, ਇਹਦਾ ਕੀ ਇਤਿਹਾਸ ਆ। ਸਾਨੂੰ ਇਹ ਗੱਲਾਂ 'ਤੇ ਪਤਾ ਹੋਣੀਆਂ ਚਾਹੀਦੀਆਂ ਨਾ। ਤੇ ਕਹਿੰਦੇ ਘਰ ਘਰ ਖਾਇਆ ਪਿੰਡ ਵਧਾਇਆ, ਖਿੰਥਾ ਮੁੰਦਾ ਮਾਇਆ। ਕਹਿੰਦੇ ਭੂਮ ਮਸਾਣੇ ਕੀ ਭਸਮ ਲਗਾਈ, ਗੁਰ ਬਿਨ ਤਤ ਨਾ ਪਾਇਆ। ਗੁਰੂ ਤੋਂ ਬਗੈਰ ਤਤ ਨਹੀਂ ਪਾ ਸਕਦਾ ਬੰਦਾ। ਤਨ ਤੇ ਸਵਾਹ ਮਲ ਲਈ। ਕਹਿੰਦੇ ਭੂਮ ਮਸਾਣ, ਭੂਮ ਮਸਾਣ ਉਹ ਧਰਤੀ ਜਿੱਥੇ ਮੁਰਦੇ ਸਾੜੀਦੇ ਆ। ਕਹਿੰਦੇ ਭਸਮ ਲਗਾਈ, ਸਵਾਹ ਮਲ ਲਈ ਤਨ ਤੇ, ਗੁਰ ਬਿਨ ਤਤ ਨਾ ਪਾਇਆ। ਗੁਰੂ ਤੋਂ ਬਗੈਰ ਤਤ ਦੀ ਪ੍ਰਾਪਤੀ ਨਹੀਂ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪੁੰਨ, ਅਗਨ ਕਟੈ ਸਭ ਤੇਰੇ। ਗੁਰ ਨੈਣ ਬੈਣ ਗੁਰ ਗੁਰ ਕਰਹੁ, ਗੁਰੂ ਸਤ ਕਵ ਨਲ ਕਹਿ। ਜਿਨ ਗੁਰੂ ਨਾ ਦੇਖਿਓ ਨੋ ਕੀਓ, ਤੇ ਅਕਿਆਥ ਸੰਸਾਰ ਮੈਂ। ਗੁਰ ਬਿਨ ਘੋਰ ਅੰਧਾਰ, ਜੇ 100 ਚੰਦਾ ਯੁੱਗ ਮੈਂ ਸੂਰਜ ਚੜ੍ਹੇ ਹਜ਼ਾਰੇ, ਤੇ ਚਾਨਣ ਹੁੰਦੇ ਆ ਗੁਰ ਬਿਨ ਘੋਰ ਅੰਧਾਰ। ਕਿੱਡੇ ਕਮਾਲ ਦੀਆਂ ਗੱਲਾਂ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਜੇ ਮਨ ਨੂੰ ਬੰਨਣਾ ਹੈ ਨਾ, ਮਨ ਨੂੰ ਇੱਕ ਥਾਂ 'ਤੇ ਟਿਕਾਉਣਾ, ਗਿਆਨ ਦੀ ਲੋੜ ਹੈ। ਗਿਆਨ ਗੁਰੂ ਤੋਂ ਬਗੈਰ ਨਹੀਂ ਮਿਲ ਸਕਦਾ। ਕਹਿੰਦੇ ਗੁਰ ਬਿਨ ਤਤ ਨਾ ਪਾਇਆ, ਕਾਹੇ ਜਪੋਰੇ ਕਾਹੇ ਤਪੋਰੇ। ਆਹ ਗੱਲ ਸੁਣਿਓ ਧਿਆਨ ਦੇ ਨਾਲ। ਕਾਏ ਜਪੋਰੇ ਕਾਏ ਤਪੋਰੇ, ਕਾਏ ਬਿਲੋਵੋ ਪਾਣੀ। ਕਿਉਂ ਗਿਣੇ ਮਿੱਥੇ ਜਪ ਕਰਦੇ ਹੋ ਭਾਈ ਤੁਸੀਂ?
ਹੁਣ ਗਿਣੇ ਮਿੱਥੇ ਜਪ ਕੱਲਾ ਜੋਗੀ ਥੋੜ੍ਹੀ ਕਰਦਾ ਸੀ, ਕੱਲਾ ਸਿੱਧੀ ਥੋੜ੍ਹੀ ਕਰਦੇ ਸੀ। ਅੱਧ ਵਾਲੇ ਸਿੱਖ ਵੀ ਇਹ ਕਰਮ ਕਰ ਰਹੇ। 40 ਪਾਠ ਕਰੋਗੇ ਆਹ ਮਿਲੇਗਾ, ਇੰਨੇ ਕਰੋਗੇ ਤੇ ਆਹ ਮਿਲੇਗਾ। ਆਹ ਵਾਲਾ ਪਾਠ ਕਰੋਗੇ ਤੁਹਾਨੂੰ ਇਹਦੀ ਪ੍ਰਾਪਤੀ ਹੋਏਗੀ, ਆਹ ਵਾਲਾ ਪਾਠ ਕਰੋਗੇ ਤੁਹਾਨੂੰ ਇਹਦੀ ਪ੍ਰਾਪਤੀ ਹੋਗੀ। ਗੁਰੂ ਸਾਹਿਬ ਤੇ ਕਿਤੇ ਵੀ ਨਹੀਂ ਕਹਿ ਕੇ ਗਏ। ਗੁਰੂ ਸਾਹਿਬ ਨੇ ਤਾਂ ਕਿਤੇ ਵੀ ਨਹੀਂ ਆਖਿਆ ਕਿ ਆਹ ਵਾਲਾ ਪਾਠ ਕਰਨ ਦੇ ਨਾਲ ਆਹ ਕੁਝ ਮਿਲ ਜਾਂਦਾ ਤੇ ਆਹ ਵਾਲਾ ਪਾਠ ਕਰਨ ਦੇ ਨਾਲ ਆ। ਗੁਰਬਾਣੀ ਤੇ ਜੀਵਨ ਜਾਂਚ ਸੀ। ਗੁਰਬਾਣੀ ਤੋਂ ਸੀ ਕੁਝ ਸਿੱਖਣਾ ਸੀ, ਕੁਝ ਸਮਝਣਾ ਸੀ। ਕੋਈ ਮੰਤਰ ਥੋੜ੍ਹੀ ਸੀ ਕਿ ਆਹ ਵਾਲਾ ਪੜ੍ਹ ਲਿਆ ਤੇ ਆਹ ਪ੍ਰਾਪਤੀ ਹੋ ਗਈ, ਆਹ ਵਾਲਾ ਪੜ੍ਹ ਲਿਆ ਤੇ ਆਹ ਪ੍ਰਾਪਤੀ ਹੋ ਗਈ। ਫਿਰ ਸਾਡੀ ਬਾਣੀ ਵਿੱਚ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਜੇ ਗੁਰੂ ਸਾਹਿਬ ਨੇ ਲਿਖੀ ਹੈ, ਜਿਹੜੀ ਸਾਨੂੰ ਦੇ ਕੇ ਗਿਆ, ਸਾਡੀ ਵਿੱਚ ਤੇ ਫਿਰ ਮੰਤਰਾਂ 'ਚ ਤਾਂ ਬਹੁਤਾ ਫਰਕ ਨਾ ਰਹਿ ਗਿਆ। ਜਦੋਂ ਇੱਦਾਂ ਦੀਆਂ ਗੱਲਾਂ ਕਹੋਗੇ ਫਿਰ ਕਹਿੰਦੇ ਅਗਲੇ ਮੰਤਰਾਂ ਨਾਲ ਜੋੜਤਾ ਬਾਣੀ ਨੂੰ। ਮੰਤਰਾਂ ਨਾਲ ਬਾਣੀ ਨੂੰ ਅਸੀਂ ਥੋੜ੍ਹੀ ਜੋੜਦੇ ਹਾਂ ਭਲਿਓ, ਅਸੀਂ ਨਹੀਂ ਜੋੜਦੇ। ਜਦੋਂ ਤੁਸੀਂ ਗੁਰਬਾਣੀ ਨੂੰ ਕੋਈ ਚੀਜ਼ ਦੀ ਪ੍ਰਾਪਤੀ ਵਾਸਤੇ, ਇਹ ਕੰਮ ਵਾਸਤੇ ਆਹ ਪੜ੍ਹੀ ਜਾਏਗੀ, ਇਹ ਕੰਮ ਵਾਸਤੇ ਆਹ ਪੜ੍ਹੀ ਜਾਏਗੀ, ਉਹ ਮੰਤਰ ਉਹਨੂੰ ਅਸੀਂ ਨਹੀਂ ਬਣਾ ਰਹੇ, ਮੰਤਰ ਤੇ ਤੁਸੀਂ ਬਣਾ ਕੇ ਪੇਸ਼ ਕਰ ਰਹੇ ਹੋ ਮਨੁੱਖਤਾ ਦੇ ਸਾਹਮਣੇ। ਮੰਤਰ ਤੇ ਤੁਸੀਂ ਬਣਾਇਆ ਹੋਇਆ ਉਹਦਾ। ਕਾਏ ਜਪੋਰੇ ਕਾਏ ਤਪੋਰੇ ਕਾਏ ਬਿਲੋਵੋ ਪਾਣੀ। ਹੁਣ ਪਾਣੀ ਨੂੰ ਰਿੜਕਿਆਂ ਤੇ ਕੁਛ ਮਿਲਣਾ ਨਹੀਂ ਭਾਈ। ਗਿਣੇ ਮਿੱਥੇ ਜਪ ਕਰਨ ਵਾਲਿਆ, ਸਰੀਰ ਨੂੰ ਤਪਾਉਣ ਵਾਲਿਆ, ਇਹ ਤੇਰੇ ਹੱਠ ਕਰਮ ਆ। ਇਹ ਹੱਠ ਨਾਲ ਕੀਤੇ ਹੋਏ ਸਾਧਨ ਹਾਂ, ਸਾਧਨ ਨੇ ਤੇ ਹੱਠ ਨਾਲ ਕੀਤੇ ਹੋਏ ਸਾਧਨ ਪਾਣੀ ਰਿੜਕਣ ਦੇ ਸਮਾਨ ਆ। ਤੇ ਪਾਣੀ ਰਿੜਕਿਆਂ ਕੁਛ ਵੀ ਨਹੀਂ ਮਿਲਦਾ, ਪਾਣੀ ਰਿੜਕਿਆਂ ਨਹੀਂ ਮਿਲਦਾ ਹੁੰਦਾ। ਬਾਬਾ ਕਬੀਰ ਜੀ ਨੇ ਵੀ ਆਖਿਆ, ਐਸੋ ਅਚਰਜ ਦੇਖਿਓ ਕਬੀਰ, ਦੱਧ ਕੈ ਭੋਲੈ ਵਿਰੋਲੈ ਨੀਰ। ਬਾਬਾ ਕਬੀਰ ਜੀ ਕਹਿੰਦੇ ਮੈਂ ਸੰਸਾਰ ਵਿੱਚ ਇੱਕ ਅਚਰਜਤਾ ਵੇਖੀ ਆ ਕਿ ਇਹ ਕਮਲਾ ਸਮਾਜ ਇਹ ਦੁੱਧ ਦੀ ਦਹੀਂ ਦੀ ਥਾਂ ਤੇ ਪਾਣੀ ਰਿੜਕ ਰਿਹਾ। ਦੱਧ ਕੈ ਭੋਲਾ ਵਿਰੋਲਿਆ ਨੀਰ। ਦਹੀਂ ਰਿੜਕੋਗੇ ਤਾਂ ਮੱਖਣ ਦੀ ਪ੍ਰਾਪਤੀ ਹੋ ਜਾਣੀ। ਘੜੀ ਜਿਹੜੀ ਭੈਣ ਨੇ ਘੜੀ ਬਹਿ ਕੇ ਮਧਾਣੀ ਰਿੜਕੀ, ਵਿੱਚ ਦਹੀਂ ਪਿਆ ਹੋਇਆ ਤੇ ਉਹਨੂੰ ਮੱਖਣ ਦੀ ਪ੍ਰਾਪਤੀ ਹੋ ਜਾਏ। ਹੁਣ ਕੋਈ ਬਜ਼ੁਰਗ ਮਾਂ, ਕੋਈ ਮੇਰੀ ਭੈਣ ਪਾਣੀ ਵਿੱਚ ਮਧਾਣੀ ਪਾ ਕੇ ਬਹਿ ਜਾ, ਆਖੇ ਨਹੀਂ ਇਹ 'ਚੋਂ ਹੀ ਪਾਣੀ, ਇਹਦੇ ਵਿੱਚੋਂ ਹੀ ਮੈਂ ਮੱਖਣ ਲੱਭਣਾ। ਕਿਤੇ ਸਿਆਣੀ ਨੇ ਆਖਣਾ ਕਮਲੀਏ ਦੇ ਵਿੱਚੋਂ ਕੱਖ ਨਹੀਂ ਲੱਭਣਾ, ਇਹਦੇ ਵਿੱਚੋਂ ਨਹੀਂ ਤੈਨੂੰ ਦਹੀਂ ਲੱਭਣਾ। ਜੇ ਦਹੀਂ ਲੱਭਣਾ ਹੀ, ਜੇ ਦਹੀਂ ਚਾਹੀਦਾ ਸੱਚੀ ਮੁੱਚੀ, ਫਿਰ ਇਹਦੇ ਵਿੱਚ ਦਹੀਂ ਪਾ, ਮਧਾਣੀ 'ਚ ਦਹੀਂ ਪਾ ਕੇ ਰਿੜਕ, ਤੈਨੂੰ ਮੱਖਣ ਮਿਲ ਜਾਏਗਾ। ਪਾਣੀ 'ਚੋਂ ਨਹੀਂ ਮੱਖਣ ਮਿਲਿਆ ਕਰਦੇ। ਗਿਣਤੀਆਂ ਮਿੰਤੀਆਂ ਕਰਕੇ ਜਪ ਕਰਨ ਵਾਲਿਓ, ਸਰੀਰ ਨੂੰ ਤਪਾਉਣ ਵਾਲਿਓ, ਤੁਸੀਂ ਪਾਣੀ ਰਿੜਕ ਰਹੇ ਹੋ। ਇਹ ਮੈਂ ਨਹੀਂ ਕਹਿੰਦਾ, ਇਹ ਭਗਤ ਤਰਲੋਚਨ ਜੀ ਕਹਿ ਰਹੇ ਆ। ਕਾਏ ਜਪੋਰੇ ਕਾਏ ਤਪੋਰੇ ਕਾਏ ਬਿਲੋਵ ਪਾਣੀ, 184 ਜਿਨੇ ਉਪਾਈ, ਸੋ ਸਿਮਰੋ ਨਿਰਬਾਣੀ। ਉਸ ਰੱਬ ਨੂੰ ਚੇਤੇ ਕਰੋ ਜਿਸ ਰੱਬ ਨੇ 84 ਲੱਖ ਜੂਨਾਂ ਤਿਆਰ ਕੀਤੀਆਂ। ਉਸ ਰੱਬ ਨੂੰ ਚੇਤੇ ਕਰਨਾ ਸਾਡਾ ਫਰਜ਼ ਬਣਦਾ ਹੈ। ਕਾਏ ਕਮੰਡਲ ਕਾਪੜਿਆਰੇ, ਭਗਤ ਤਰਲੋਚਨ ਜੀ ਕਹਿ ਰਿਹਾ, ਕਹਿੰਦੇ ਕਾਏ ਕਮੰਡਲ ਕਾਪੜਿਆਰੇ। ਹੇ ਕਾਪੜੀਏ, ਹੱਥ ਵਿੱਚ ਖੱਪਰ ਕਾਹਦੇ ਲਈ ਪਕੜਦਾ ਹੈ ਤੇ 68 ਤੀਰਥਾਂ ਤੇ ਭਟਕਣਾ ਫਿਰਦਾ ਹੈ। ਇੰਜ ਕਰਨ ਦਾ ਕੋਈ ਲਾਭ ਨਹੀਂ ਹੈਗਾ। ਕਾਪੜੀਆ ਸ਼ਬਦ ਵਰਤਿਆ ਪਿਆਰਿਓ ਟਾਕੀਆਂ ਦੀ ਬਣੀ ਹੋਈ ਗੋਦੜੀ ਪਹਿਨਣ ਵਾਲੇ ਵਾਸਤੇ। ਤੇ ਹੱਥ ਦੇ ਵਿੱਚ ਖੱਪਰ ਜਿਹੜਾ ਸੀ ਉਹ ਮਿੱਟੀ ਦਾ ਜਾਂ ਕੋਈ ਲੱਕੜ ਦਾ ਕੋਈ ਬਰਤਨ ਕਹਿ ਲਈਏ ਅਸੀਂ ਪਾਣੀ ਵਾਸਤੇ। ਅੱਜ ਸਾਡੇ ਵੀ ਉਹ ਵਰਤਿਆ ਜਾਂਦਾ, ਸਾਡੇ ਸਿੱਖ ਸਮਾਜ ਵਿੱਚ ਵੀ। ਸਮਝ ਸਕਦੇ ਹੋ ਤੁਸੀਂ ਗੱਲ ਜਿਹੜੀ ਬਾਬੇ ਕਬੀਰ ਨੇ ਨਹੀਂ ਆਖੀ ਸੀ ਗੱਲ, ਉਹ ਗੱਲ ਅੱਜ ਸੱਚ ਹੋ ਰਹੀ ਸੰਸਾਰ ਦੇ ਅੰਦਰ, ਜਿਹੜੀ ਕਦੇ ਬਨਾਰਸ ਦੇ ਠੱਗਾਂ ਵਾਸਤੇ ਬੋਲੀ ਸੀ। ਗਲੀ ਜਿੰਨਾ ਜਪ ਮਾਲੀਆਂ, ਲੋਟੇ ਹੱਥ ਨਿਭਾਗ ਹਰ ਕੇ ਸੰਤ ਨਾਖੀਆਂ, ਬਨਾਰਸ ਕੇ ਠੱਗ ਐਸੇ ਸੰਤ ਨਮੋ ਕੋ ਭਾਵੇਂ, ਡਾਲਾ ਸਿਉ ਪੇਡਾ ਗਟਕਾਵੇਂ। ਟਹਿਣੀਆਂ ਡਾਲਾ ਸਿਉ ਪੇਡਾ ਗਟਕਾਵੇਂ, ਜੜ੍ਹਾਂ ਸਮੇਤ ਟਹਿਣੀਆਂ ਸਮੇਤ ਗਟਕ ਗਏ। ਉਹ ਜਦੋਂ ਗੱਲ ਕਰ ਰਿਹਾ ਨਾ ਭਗਤ ਤਰਲੋਚਨ ਜੀ, ਜਦੋਂ ਗੱਲਬਾਤ ਕਰ ਰਹੇ ਆ ਤੇ ਨਾਲ ਦੇ ਨਾਲ ਸਾਡੀ ਗੱਲ ਵੀ ਵਿੱਚ ਹੀ ਆ ਰਹੀ ਉਹਦੇ। ਉਹ ਭਾਵੇਂ ਮੈਂ ਹੋਵਾਂ, ਭਾਵੇਂ ਕੋਈ ਵੀ ਸਾਡੇ ਸਿੱਖ ਸਮਾਜ ਵਿੱਚ ਹੋਵੇ, ਭਾਵੇਂ ਕਿਸੇ ਵੀ ਕਿੱਤੇ ਨਾਲ ਸੰਬੰਧ ਰੱਖਦਾ ਕਿਉਂ ਨਾ ਹੋਵੇ, ਉਹ ਸਾਰਿਆਂ ਤੇ ਫਿੱਟ ਬਹਿੰਦੀ ਹੈ ਪੂਰੀ ਦੀ ਪੂਰੀ ਗੱਲ। ਕਾਏ ਕਮੰਡਲ ਕਾਪੜਿਆਰੇ 68 ਕਾਹੇ ਫਿਰਾਈ, 68 ਤੀਰਥਾਂ ਤੇ ਤੁਰਿਆ ਫਿਰਦਾ। ਇਹ ਤੇਰੇ 68 ਤੀਰਥਾਂ ਦਾ ਫਲ ਤੈਨੂੰ ਘਰ ਬੈਠਿਆਂ ਨੂੰ ਮਿਲ ਸਕਦਾ। ਜਦੋਂ ਅਸੀਂ ਮਾਘ ਮਹੀਨਾ ਜਿਹੜਾ ਆਉਂਦਾ ਨਾ, ਉਹਦੇ ਪ੍ਰਥਾਏ ਜਿਹੜੇ ਗੁਰੂ ਸਾਹਿਬ ਨੇ ਸ਼ਬਦ ਉਚਾਰਨ ਕੀਤੇ ਆ,
68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਜੀਵਾਂ ਤੇ ਦਇਆ ਕਰਨੀ 68 ਤੀਰਥਾਂ ਦਾ ਫਲ ਮਿਲ ਜਾਣਾ ਹੈ। ਕੋਈ ਲੋੜ ਨਹੀਂ ਹੈਗੀ ਜਾਣ ਦੀ, ਘਰੇ ਬੈਠੇ ਮਿਲ ਸਕਦਾ। ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਕਹਿੰਦੇ ਕਾਏ ਕਮੰਡਲ ਕਾਪੜਿਆਰੇ 68 ਕਾਏ ਫਿਰਾਹੀ ਬਦਤ ਤਰਲੋਚਨ ਸੁਨ ਰੇ ਪ੍ਰਾਣੀ। ਭਗਤ ਤਰਲੋਚਨ ਜੀ ਆਖਦੇ ਆ, ਹੇ ਪ੍ਰਾਣੀ ਜੀ ਸੁਣਨਾ ਕਰੋ। ਕਣ ਬਿਨ ਗਾਹੋ ਕੇ ਪਾਹੀ। ਅੰਨ ਦੇ ਦਾਣੇ ਨਹੀਂ ਤਾਂ ਗਾਹ ਪਾਉਣ ਦਾ ਕੋਈ ਲਾਭ ਨਹੀਂ ਹੈਗਾ। ਜੇ ਅੰਦਰ ਗੁਣ ਨਹੀਂ ਤੇ ਬਾਹਰੀ ਤੌਰ ਤੇ ਕੀਤਾ ਹੋਇਆ ਪਖੰਡ ਕਿਸੇ ਕੰਮ ਦਾ ਨਹੀਂ ਹੈਗਾ। ਕਣ ਬਿਨ ਗਾਹੋ ਕੇ ਪਾਹੀ। ਜੇ ਅੰਨ ਦੇ ਦਾਣੇ ਨਹੀਂ ਤੇ ਫਿਰ ਗਾਹ ਪਾਉਣ ਦਾ ਫਾਇਦਾ ਕੀ? ਫਿਰ ਪਰਾਲੀ ਇਕੱਠੀ ਕਰਨ ਦਾ ਕੀ ਫਾਇਦਾ? ਉਹਦਾ ਕੀ ਕਰਨਾ ਭਲਾ ਤੁਸੀਂ? ਅੰਨ ਦੇ ਦਾਣੇ ਹੀ ਨਾ ਵਿੱਚ ਹੋਏ ਤੇ। ਜੇ ਬਾਹਰੀ ਤੌਰ ਤੇ ਸੋਹਣੇ ਬਣਨ ਵਾਲਿਆ, ਬਾਹਰੀ ਤੌਰ ਤੇ ਧਰਮ ਦੇ ਕਰਮ ਕਰਨ ਵਾਲਿਆ, ਜੇ ਤੇਰੇ ਅੰਦਰ ਸ਼ੁਭ ਗੁਣ ਨਾ ਹੋਏ ਤੇ ਬਾਹਰੀ ਤੌਰ ਤੇ ਕੀਤੇ ਹੋਏ ਕਰਮ ਕਿਸੇ ਕੰਮ ਦੇ ਨਹੀਂ ਹੈਗੇ। ਇਸ ਕਰਕੇ ਪਿਆਰਿਓ, ਸਾਨੂੰ ਸੋਹਣੇ ਬਣਨ ਵਾਸਤੇ, ਸਾਨੂੰ ਚੰਗੇ ਬਣਨ ਵਾਸਤੇ, ਸੱਚੇ ਗੁਰੂ ਨਾਨਕ ਦੇ ਸਿੱਖ ਬਣਨ ਵਾਸਤੇ, ਜਿੱਥੇ ਬਾਹਰੀ ਤੌਰ ਤੇ ਅਸੀਂ ਸੋਹਣਾ ਬਾਣਾ ਪਾਉਣਾ ਹੈ, ਜਿੱਥੇ ਬਾਹਰੀ ਤੌਰ ਤੇ ਬਾਣਾ ਵੈਸੇ ਪੰਜਾਂ ਕਕਾਰਾਂ ਲਈ ਸ਼ਬਦ ਆ ਜੀ, ਜਿੱਥੇ ਬਾਣ ਅਸੀਂ ਬਾਹਰੀ ਤੌਰ ਤੇ ਪੰਜਾਂ ਕਕਾਰਾਂ ਨੂੰ ਪਾਉਣਾ ਹੈ, ਅੰਦਰੂਨੀ ਤੌਰ ਤੇ ਵੀ ਅਸੀਂ ਚੰਗੇ ਗੁਣ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਈਏ। ਜੇ ਗੁਰੂ ਨਾਨਕ ਸਾਹਿਬ ਪਿਤਾ ਜੀ ਜਨੇਊ ਨਹੀਂ ਪਾਉਂਦੇ ਤੇ ਸਵਾਲ ਕਰਦੇ ਆ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸੱਤ ਵੱਟ ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ। ਗਾਤਰਾ ਪਾਉਣ ਵਾਲਿਆ, ਤੇਰੇ ਤੇ ਵੀ ਉਨੀ ਫਿੱਟ ਬਹਿੰਦੀ ਆ। ਤੇਰੇ ਜ਼ਿੰਦਗੀ ਵਿੱਚ ਵੀ ਦਇਆ ਹੋਣੀ ਚਾਹੀਦੀ ਹੈ। ਤੇਰੀ ਆਪਣੀ ਜ਼ਿੰਦਗੀ ਦੇ ਵਿੱਚ ਵੀ ਸੰਤੋਖ ਹੋਣਾ ਚਾਹੀਦਾ। ਤੇਰੀ ਆਪਣੀ ਜ਼ਿੰਦਗੀ ਵਿੱਚ ਜਤ ਤੇ ਸੱਤ ਹੋਣਾ ਬੜਾ ਜ਼ਰੂਰੀ ਹੈ। ਸੋ ਗੁਰੂ ਸਾਹਿਬ ਕਿਰਪਾ ਕਰਨ ਪਿਆਰਿਓ, ਅਸੀਂ ਗੁਰੂ ਨਾਨਕ ਦੇ ਸੋਹਣੇ ਸਿੱਖ ਬਣੀਏ। ਆਪ ਬਾਣੀ ਪੜ੍ਹੀਏ, ਆਪ ਸਮਝੀਏ, ਵਿਚਾਰੀਏ, ਇਤਿਹਾਸ ਆਪ ਪੜ੍ਹਿਆ ਕਰੀਏ। ਸਤਸੰਗੀ ਪਿਆਰਿਓ, ਇਹ ਛੋਟਾ ਜਿਹਾ ਉਪਰਾਲਾ ਕੀਤਾ ਸੀ, ਸ਼ਬਦ ਦੀ ਵਿਚਾਰ ਆਪ ਸਮੂਹ ਸੰਗਤਾਂ ਦੇ ਨਾਲ ਕੀਤੀ ਹੈ। ਸੋ ਗੁਰੂ ਬਖਸ਼ਿਸ਼ ਕਰੇ। ਭੁੱਲਾਂ ਮੇਰੀਆਂ ਜਾਣ ਕੇ ਝੋਲੀ ਵਿੱਚ ਪਾ ਦਿਓ ਜੀ। ਚੰਗਾ ਲੱਗਾ ਬਚਨ ਸ਼ਬਦ ਮੇਰਾ ਨਹੀਂ, ਗੁਰੂ ਸਾਹਿਬ ਜੀ ਦਾ ਜਾਣ ਕੇ, ਬਾਣੀ ਦਾ ਜਾਣ ਕੇ ਹਿਰਦੇ ਵਿੱਚ ਜ਼ਰੂਰ ਵਸਾਇਓ। ਸੋ ਕਰੋ ਕਿਰਪਾ, ਇਹ ਜਿਹੜੀ ਵੀਡੀਓ ਆ ਵੱਧ ਤੋਂ ਵੱਧ ਸ਼ੇਅਰ ਕਰਿਓ। ਜੇ ਕੋਈ ਚੰਗੀ ਗੱਲ ਕਿਸੇ ਨੂੰ ਲੱਗ ਜਾਏ, ਕਿਸੇ ਦੀ ਜ਼ਿੰਦਗੀ ਨੂੰ ਟੁੰਗ ਜਾਏ ਤੇ ਪਿਆਰਿਓ ਕਿਸੇ ਦਾ ਭਲਾ ਹੋ ਜਾਏ। ਸੋ ਗੁਰੂ ਸਾਹਿਬ ਬਖਸ਼ਿਸ਼ ਕਰਨ। ਭੁੱਲਾਂ ਝੋਲੀ 'ਚ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।